ਗੁੱਡ ਮਾਰਨਿੰਗ ਸਟੂਡੈਂਟ। ਬੇਟਾ ਪਿਛਲੇ ਲੈਕਚਰ ਵਿੱਚ ਅਸੀਂ 13 ਪ੍ਰੋਬਲਮ ਤੱਕ ਜਿਹੜਾ ਅਸੀਂ ਸੋਲੂਸ਼ਨ ਦੇਖੇ ਸੀ। ਨਾਓ ਪ੍ਰੋਬਲਮ ਨੰਬਰ ਬੇਟਾ 14 ਸਾਡੇ ਕੋਲ ਬੇਟਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਡਿਮੈਂਸ਼ਨ ਪੁੱਛੀ ਹੈ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਡਿਮੈਂਸ਼ਨ ਕਿੰਨੀ ਹੈ। ਤੇ ਬੇਟਾ ਡਿਮੈਂਸ਼ਨਲ ਫਾਰਮੂਲਾ ਲਿਖਣਾ ਹੈ ਇਨ ਟਰਮ ਆਫ ਮਾਸ, ਟਾਈਮ, ਲੈਂਥ ਐਟਸੈਟਰਾ। ਤੇ ਚਾਰਜ ਵਾਸਤੇ ਬੇਟਾ ਅਸੀਂ ਜੇ ਡਿਮੈਂਸ਼ਨ ਹੈ ਉਹ Q ਲਿਖਣੀ ਹੈ। ਬੇਟਾ ਸਾਨੂੰ ਪਤਾ ਹੈ ਕਿ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਫੋਰਸ ਐਕਸਪੀਰੀਅੰਸਡ ਪਰ ਯੂਨਿਟ ਚਾਰਜ। ਬੇਟਾ ਫੋਰਸ ਦੀ ਡਿਮੈਂਸ਼ਨ M1 L1 T-2। ਇਹ ਬੇਟਾ ਫੋਰਸ ਦੀ ਡਿਮੈਂਸ਼ਨ ਆਲਰੇਡੀ +1 ਚ ਪੜ੍ਹੀ। ਤੇ ਚਾਰਜ ਦੀ ਡਿਮੈਂਸ਼ਨ ਉਹਨੇ ਬੇਟਾ ਕੁਐਸਚਨ 'ਚ ਹੀ ਕਿਹਾ ਕਿ ਚਾਰਜ ਦੀ ਡਿਮੈਂਸ਼ਨ ਬੇਟਾ Q ਲੈਣੀ ਹੈ। ਤੇ ਬੇਟਾ ਥੱਲੇ Q ਆਏਗਾ ਤੇ ਜਦੋਂ ਉੱਪਰ ਲੈ ਕੇ ਜਾਓਗੇ ਤੇ ਬੇਟਾ Q-1 ਹੋ ਜਾਏਗਾ। ਹਾਂਜੀ ਬੇਟਾ ਕਲੀਅਰ। ਇਹ ਤੁਹਾਡੀ ਬੇਟਾ ਡਿਮੈਂਸ਼ਨ ਆ ਗਈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ। ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੇ ਬੇਟਾ ਦੋ ਫਾਰਮੂਲੇ ਨੇ, ਇੱਕ ਤੇ ਫੋਰਸ ਡਿਵਾਈਡਡ ਬਾਈ ਚਾਰਜ ਤੇ ਇੱਕ ਬੇਟਾ ਪੋਟੈਂਸ਼ੀਅਲ ਗ੍ਰੇਡੀਅੰਟ ਵੀ ਹੈ। ਪੋਟੈਂਸ਼ੀਅਲ ਨੂੰ ਡਿਵਾਈਡ ਕਰਦੇ ਬੇਟਾ ਅਸੀਂ ਡਿਸਟੈਂਸ ਦੇ ਨਾਲ। ਇਲੈਕਟ੍ਰਿਕ ਫੀਲਡ ਦਾ ਬੇਟਾ ਜਿਹੜਾ ਯੂਨਿਟ ਹੈ ਨਿਊਟਨ ਪਰ ਕੂਲਮ ਵੀ ਹੈ ਤੇ ਬੇਟਾ ਇਲੈਕਟ੍ਰਿਕ ਫੀਲਡ ਦਾ ਯੂਨਿਟ ਜਿਹੜਾ ਹੈਗਾ ਵੋਲਟ ਪਰ ਮੀਟਰ ਵੀ ਹੈ। ਦੋਨੋਂ ਬੇਟਾ ਇਕੁਅਲ ਨੇ, ਨਿਊਟਨ ਪਰ ਕੂਲਮ ਵੀ ਹੈ ਯੂਨਿਟ ਦਾ ਤੇ ਬੇਟਾ ਵੋਲਟ ਪਰ ਮੀਟਰ ਵੀ ਹੈ। ਬੇਟਾ ਇਹ ਵੀ ਤੁਸੀਂ ਯਾਦ ਰੱਖਣਾ ਹੈ। ਨੈਕਸਟ ਪ੍ਰੋਬਲਮ, ਗਲਾਸ ਰੋਡ ਨੂੰ ਬੇਟਾ ਅਸੀਂ ਰਬ ਕੀਤਾ ਹੈ ਸਿਲਕ ਦੇ ਨਾਲ। ਜਦੋਂ ਅਸੀਂ ਬੇਟਾ ਗਲਾਸ ਰੋਡ ਨੂੰ ਸਿਲਕ ਨਾਲ ਰਬ ਕੀਤਾ, ਗਲਾਸ ਰੋਡ ਦੇ ਉੱਪਰ ਬੇਟਾ ਪੋਜ਼ਿਟਿਵ ਚਾਰਜ ਆਇਆ। ਜਦੋਂ ਕਿਸੇ ਵੀ ਆਬਜੈਕਟ ਉੱਪਰ ਪੋਜ਼ਿਟਿਵ ਚਾਰਜ ਆ ਜੇ ਇਹਦਾ ਮਤਲਬ ਹੈ ਕਿ ਡੈਫੀਸ਼ੀਐਂਸੀ ਆਫ ਇਲੈਕਟ੍ਰੋਨ ਹੋ ਗਈ ਹੈ। ਉਹਨੇ ਆਪਣੇ ਜਿਹੜੇ ਇਲੈਕਟ੍ਰੋਨ ਨੇ ਉਹ ਲੋਸ ਕਰਤੇ ਨੇ। ਇਹਦਾ ਮਤਲਬ ਹੈ ਕਿ ਗਲਾਸ ਰੋਡ ਉੱਪਰ ਪੋਜ਼ਿਟਿਵ ਚਾਰਜ ਆਉਣ ਦਾ ਮਤਲਬ ਹੈ ਕਿ ਗਲਾਸ ਰੋਡ ਨੇ ਆਪਣੇ ਇਲੈਕਟ੍ਰੋਨ ਨੂੰ ਲੂਜ਼ ਕੀਤਾ ਹੈ। ਇਹਦਾ ਮਤਲਬ ਬੇਟਾ ਇਹਦਾ ਜਿਹੜਾ ਕਰੈਕਟ ਆਨਸਰ ਆਏਗਾ ਇਲੈਕਟ੍ਰੋਨ ਆਰ ਰਿਮੂਵਡ ਫਰੋਮ ਇਟ। ਨਾਓ ਇਨ ਕੁਐਸਚਨ ਨੰਬਰ 16 ਬੇਟਾ ਸਾਡੇ ਕੋਲ ਕੋਂਬ ਹੈ। ਉਹਨੂੰ ਅਸੀਂ ਜਦੋਂ ਡਰਾਈ ਹੇਅਰ ਵਿੱਚ ਅਸੀਂ ਰਨ ਕਰਦੇ ਹਾਂ ਉਹ ਛੋਟੇ ਛੋਟੇ ਪੀਸਿਸ ਨੂੰ ਬੇਟਾ ਆਪਣੇ ਵੱਲ ਅਟਰੈਕਟ ਕਰਦੀ ਹੈ। ਠੀਕ ਹੈ ਬੇਟਾ ਪੇਪਰ ਦੇ। ਇਹਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਕੋਂਬ ਨੂੰ ਰਬ ਕੀਤਾ ਹੇਅਰ ਦੇ ਨਾਲ ਤੇ ਬੇਟਾ ਡਿਊ ਟੂ ਫ੍ਰਿਕਸ਼ਨ ਜਿਹੜੀ ਕੋਂਬ ਹੈ ਸਾਡੀ ਬੇਟਾ ਉਹ ਚਾਰਜਡ ਹੋ ਜਾਂਦੀ ਹੈ। ਤੇ ਬੇਟਾ ਪੇਪਰ ਦਾ ਜਿਹੜਾ ਪੀਸ ਹੈ ਉਹ ਤੇ ਨਿਊਟਰਲ ਹੈ, ਉਹਦੇ ਉੱਪਰ ਕੋਈ ਚਾਰਜ ਨਹੀਂ ਹੈ। ਲੇਕਿਨ ਜਦੋਂ ਅਸੀਂ ਚਾਰਜਡ ਕੋਂਬ ਨੂੰ ਉਹਦੇ ਨੀਅਰ ਲੈ ਕੇ ਆਉਂਦੇ ਹਾਂ ਬੇਟਾ ਤਾਂ ਪੇਪਰ ਉੱਪਰ ਵੀ ਬੇਟਾ ਡਿਊ ਟੂ ਇੰਡਕਸ਼ਨ ਇਫੈਕਟ ਕਰਕੇ ਜਿਹੜਾ ਹੈ ਇਕੁਅਲ ਤੇ ਓਪੋਜਿਟ ਬੇਟਾ ਚਾਰਜ ਪੈਦਾ ਹੋ ਜਾਂਦਾ ਹੈ। ਕਹਿਣ ਦਾ ਮਤਲਬ ਹੈ ਕਿ ਪੇਪਰ ਬੇਟਾ ਪੋਲਰਾਈਜ਼ਡ ਹੋ ਜਾਂਦਾ ਹੈ। ਇੱਕ ਸਾਈਡ ਤੇ ਨੈਗੇਟਿਵ ਚਾਰਜ ਆ ਜਾਂਦਾ ਬੇਟਾ, ਇੱਕ ਸਾਈਡ ਦੇ ਉੱਪਰ ਬੇਟਾ ਉਹ ਪੋਜ਼ਿਟਿਵ ਚਾਰਜ ਆ ਜਾਂਦਾ ਹੈ। ਇਸ ਕਰਕੇ ਬੇਟਾ ਜਿਹੜਾ ਪੇਪਰ ਹੈ ਜਿਹੜਾ ਉਹ ਕੋਂਬ ਵੱਲ ਜਿਹੜਾ ਹੈ ਉਹ ਅਟਰੈਕਟ ਹੋ ਜਾਂਦਾ ਹੈ। ਇਹਦਾ ਮਤਲਬ ਇਹਦਾ ਕਾਰਨ ਕੀ ਹੈ ਕਿ ਪੇਪਰ ਗੈਟ ਪੋਲਰਾਈਜ਼ਡ ਬਾਈ ਦਾ ਚਾਰਜਡ ਕੋਂਬ। ਨਾਓ ਨੈਕਸਟ ਕੁਐਸਚਨ ਨੰਬਰ ਬੇਟਾ 17 ਬੇਟਾ ਇਹਦੇ ਨਾਲ ਦਾ ਕੁਐਸਚਨ ਅਸੀਂ ਪਿੱਛੇ ਵੀ ਡਿਸਕਸ ਕੀਤਾ ਸੀ ਕਿ ਜੇਕਰ ਸਾਡੇ ਕੋਲ ਦੋ ਚਾਰਜਿਸ ਦੇ ਵਿਚਕਾਰ ਫੋਰਸ ਗਿਵਨ ਹੈ, ਦੋ ਚਾਰਜਿਸ ਨੇ ਮੰਨ ਲਓ Q1 Q2, ਉਹਨਾਂ ਵਿੱਚ ਕੁਝ ਡਿਸਟੈਂਸ ਹੈ, ਸਾਨੂੰ ਫੋਰਸ ਪਤਾ ਹੈ। ਤੇ ਜੇ ਬੇਟਾ ਅਸੀਂ ਦੋਨਾਂ ਚਾਰਜਿਸ ਦਾ ਮੈਗਨੀਟਿਊਡ ਚੇਂਜ ਕਰ ਦਈਏ, ਡਿਸਟੈਂਸ ਚੇਂਜ ਕਰ ਦਈਏ ਤਾਂ ਨਵੀਂ ਫੋਰਸ ਅਸੀਂ ਬੇਟਾ ਨਿਕਾਲਣੀ ਹੈ। ਇਹ ਦੋ ਇਕੁਏਸ਼ਨਾਂ ਬੇਟਾ ਬਣਾ ਕੇ ਨਿਕਾਲਣੀ ਪੈਂਦੀਆਂ। ਜਿਸ ਤਰ੍ਹਾਂ ਬੇਟਾ ਦੇਖੋ ਇਸ ਕੁਐਸਚਨ ਵਿੱਚ ਦੋਨਾਂ ਚਾਰਜਿਸ ਦੇ ਮੈਗਨੀਟਿਊਡ ਬੇਟਾ ਇਕੁਅਲ ਨੇ। ਕਲੀਅਰ ਬੇਟਾ। ਤੇ ਡਿਸਟੈਂਸ ਬੇਟਾ ਹੈਗਾ R ਤੇ ਬੇਟਾ ਇਹਨਾਂ ਵਿੱਚ ਫੋਰਸ ਹੈਗੀ ਆ F। ਤੇ ਸਾਡੇ ਕੋਲ ਬੇਟਾ ਫੋਰਸ ਦਾ ਫਾਰਮੂਲਾ ਕੀ ਬਣੇਗਾ K Q²/R²। ਬੇਟਾ ਜਿਹੜਾ K ਲਿਖਤਾ ਮੈਂ 1/4πε0 ਦੀ ਜਗ੍ਹਾ ਤੇ ਕੌਂਸਟੈਂਟ ਪਾਤਾ। Q² ਕਿਉਂ ਆਇਆ? Q1 Q2 ਸੀਗੇ ਬੇਟਾ, ਦੋਨਾਂ ਚਾਰਜਿਸ ਦਾ ਮੈਗਨੀਟਿਊਡ ਸੇਮ ਹੋਣ ਕਰਕੇ Q² ਹੋ ਗਿਆ ਡਿਵਾਈਡਡ ਬਾਈ R²। ਬੇਟਾ ਹੁਣ ਅਸੀਂ ਕੀ ਕੀਤਾ, ਚਾਰਜਿਸ ਨੂੰ ਹਾਫ ਕਰਤਾ। ਬੇਟਾ ਜਦੋਂ ਚਾਰਜਿਸ ਨੂੰ ਹਾਫ ਕਰੋਗੇ ਤੇ ਡਿਸਟੈਂਸ ਨੂੰ ਬੇਟਾ ਡਬਲ ਕਰਤਾ ਤੇ ਕਹਿੰਦਾ ਨਵੀਂ ਫੋਰਸ ਨਿਕਾਲੋ। ਬੇਟਾ ਮੰਨ ਲਓ ਕਿ ਨਿਊ ਫੋਰਸ ਸਾਡੀ ਬੇਟਾ F' ਹੈ, ਉਹ ਕਿਹਦੇ ਇਕੁਅਲ ਆ ਗਈ? K ਤੇ ਆਏਗਾ ਬੇਟਾ। ਚਾਰਜਿਸ ਦਾ ਮੈਗਨੀਟਿਊਡ ਬੇਟਾ ਅਸੀਂ ਹਾਫ ਕਰਤਾ Q/2 ਦਾ ਹੋਲ ਸਕੁਅਰ ਡਿਵਾਈਡਡ ਬਾਏ ਬੇਟਾ ਡਿਸਟੈਂਸ ਜਿਹੜਾ ਹੈ ਉਹ ਡਬਲ ਕਰ ਦਿੱਤਾ ਗਿਆ, ਉਹ ਆ ਗਿਆ ਬੇਟਾ 2R ਦਾ ਸਕੁਅਰ। ਜਿੱਥੇ R ਸੀ ਬੇਟਾ 2R ਦਾ ਸਕੁਅਰ ਆ ਗਿਆ।
ਇਹਨੂੰ ਬੇਟਾ ਜੇ ਸੋਲਵ ਕਰਦੇ ਆ ਤੇ k क्यू स्केयर ਤੇ ਬੇਟਾ ਆਏਗਾ ਬੇਟਾ ਥੱਲੇ ਆਏਗਾ 4 ਕਿਉਂਕਿ 2 ਦਾ ਸਕੇਅਰ 4 ਤੇ ਬੇਟਾ ਇੱਕ ਆ ਵੀ 2 ਦਾ ਸਕੇਅਰ ਹੈ ਇਹ ਵੀ ਬੇਟਾ 4 ਹੋ ਜਾਏਗਾ ਤੇ ਬੇਟਾ ਥੱਲੇ ਆ ਜਾਏਗਾ ਤੁਹਾਡੇ ਕੋਲ 16 ਨਾਲ ਆ ਗਿਆ ਬੇਟਾ r ਸਕੇਅਰ ਬੇਟਾ k q ਸਕੇਅਰ ਓਵਰ r ਸਕੇਅਰ ਆ ਦੇਖੋ ਬੇਟਾ ਉਹਦੀ ਵੈਲਿਊ ਪਈ ਹੈ k q ਸਕੇਅਰ ਓਵਰ r ਸਕੇਅਰ ਦੀ ਜਗ੍ਹਾ ਤੇ ਬੇਟਾ ਅਸੀਂ f ਲਿਖ ਸਕਦੇ ਹਾਂ ਇਹਦੀ ਜਗ੍ਹਾ ਤੇ ਬੇਟਾ ਅਸੀਂ f ਲਿਖਤਾ ਤੇ ਡਿਵਾਈਡਡ ਬਾਈ ਸਾਡੇ ਕੋਲ ਰਹਿ ਗਿਆ ਬੇਟਾ 16 ਇਹਦਾ ਮਤਲਬ ਬੇਟਾ ਇਹਦਾ ਜਿਹੜਾ ਆਨਸਰ ਆ ਗਿਆ ਹਾਂਜੀ d ਕਰੈਕਟ ਆਨਸਰ ਜਿਹੜਾ ਹੋਏਗਾ ਤਾਂ ਡੀ ਹੋਏਗਾ ਬੇਟਾ ਇਹਦੇ ਨਾਲ ਦੇ ਕੁਐਸਚਨ ਜਿਹੜੇ ਨੇ ਕਾਫੀ ਆ ਸਕਦੇ ਨੇ ਫੋਰਸ ਨਵੀਂ ਨਿਕਾਲੋ ਚਾਰਜਿਸ ਨੂੰ ਹਾਫ ਕਰਤਾ ਡਬਲ ਕਰਤਾ ਡਿਸਟੈਂਸ ਡਬਲ ਕਰਤਾ ਹਾਫ ਕਰਤਾ ਬੇਟਾ ਹਮੇਸ਼ਾ 2 ਕੁਐਸਚਨਾਂ ਆਪਾਂ ਬਣਾਉਣੀ ਹੈ ਤੇ ਉਹਦੇ ਅਕੋਰਡਿੰਗ ਜਿਹੜਾ ਇਹਨੂੰ ਸੋਲਵ ਕਰ ਲੈਣਾ ਹਾਂਜੀ ਬੇਟਾ ਕਲੀਅਰ ਨਾਓ ਕਮ ਟੂ ਨੈਕਸਟ ਪ੍ਰੋਬਲਮ ਇਨ ਕੁਐਸਚਨ ਨੰਬਰ ਬੇਟਾ 18 ਸਾਡੇ ਕੋਲ ਬੇਟਾ ਇਨਫਾਈਨਾਈਟ ਨੰਬਰ ਆਫ ਚਾਰਜਿਸ ਨੇ ਈਚ ਆਫ 1 ਮਾਈਕਰੋਕੂਲਮ ਬੇਟਾ ਸਾਰਿਆਂ ਦਾ ਜਿਹੜਾ ਮੈਗਨੀਟਿਊਡ ਹੈ 1 ਮਾਈਕਰੋਕੂਲਮ ਹੈ ਇਹਨਾਂ ਨੂੰ ਬੇਟਾ ਅਸੀਂ ਡਿਫਰੈਂਟ ਪੁਆਇੰਟਸ ਤੇ ਰੱਖਿਆ ਐਕਸ ਐਕਸਿਸ ਦੇ ਉੱਪਰ ਹਾਂਜੀ ਕਿੱਥੇ ਕਿੱਥੇ ਰੱਖਿਆ ਬੇਟਾ ਕੋਈ 1 ਮੀਟਰ ਤੇ ਹੈ ਕੋਈ 2 ਤੇ ਹੈ ਕੋਈ 4 ਤੇ ਹੈ ਕੋਈ 8 ਤੇ ਐਂਡ ਸੋ ਔਨ ਇੱਕ ਚਾਰਜ ਬੇਟਾ ਸਾਡੇ ਕੋਲ 1 ਕੂਲਮ ਵੀ ਹੈ ਇਹਨੂੰ ਬੇਟਾ ਅਸੀਂ ਓਰੀਜਨ ਤੇ ਰੱਖਿਆ ਇਹਦੇ ਉੱਪਰ ਬੇਟਾ ਟੋਟਲ ਫੋਰਸ ਨੈਟ ਫੋਰਸ ਜਿਹੜੀ ਅਸੀਂ ਨਿਕਾਲਣੀ ਹੈ ਜਿਹੜਾ ਚਾਰਜ ਸਾਡਾ ਬੇਟਾ ਓਰੀਜਨ ਦੇ ਉੱਤੇ ਹੈ ਪਹਿਲੀ ਗੱਲ ਤੇ ਬੇਟਾ ਨੋਟ ਕਰੋ ਕਿ ਸਾਰੇ ਚਾਰजेस ਬੇਟਾ ਐਕਸ ਐਕਸਿਸ ਉੱਪਰ ਹੈ ਹਾਂਜੀ ਬੇਟਾ ਕਲੀਅਰ ਤੇ ਬੇਟਾ ਆ ਜਿਹੜਾ ਡਿਸਟੈਂਸ ਦਿੱਤੇ ਨੇ ਇਹਨਾਂ ਦੇ ਵਿੱਚ ਬੇਟਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਕਿ ਪਹਿਲਾ 1 ਹੈ 1 ਨੂੰ 2 ਨਾਲ ਮਲਟੀਪਲਾਈ ਕਰੀਏ 2 ਨਾਲ ਮਲਟੀਪਲਾਈ ਕਰੀਏ 4 ਫਿਰ 2 ਨਾਲ ਮਲਟੀਪਲਾਈ ਕਰੀਏ ਬੇਟਾ 8 ਅੱਗੇ ਆਏਗਾ ਬੇਟਾ 16 ਇਹਦਾ ਮਤਲਬ ਬੇਟਾ ਇਹਨਾਂ ਵਿੱਚ ਜਿਹੜੀ ਰੇਸ਼ੋ ਹੈ ਬੇਟਾ ਦੇਖੋ ਸੇਮ ਆ ਰਹੀ ਹੈ 2 ਡਿਵਾਈਡਡ ਬਾਈ 1 ਕਰੀਏ 2 4 ਡਿਵਾਈਡਡ ਬਾਈ ਆਪਾਂ 2 ਕਰਦੇ ਹਾਂ ਤੇ 2 8 ਨੂੰ 4 ਨਾਲ ਡਿਵਾਈਡ ਕਰਦੇ ਹਾਂ ਬੇਟਾ ਤਾਂ ਵੀ 2 ਆਉਂਦਾ ਹੈ ਅੱਗੇ ਆਏਗਾ 16 ਨੂੰ 8 ਨਾਲ ਡਿਵਾਈਡ ਕਰੀਏ ਤਾਂ ਵੀ 2 ਆਉਂਦਾ ਇਹਦਾ ਮਤਲਬ ਬੇਟਾ ਇਹ ਜੀਪੀ ਹੈ ਇਹ ਜਿਹੜਾ ਬੇਟਾ ਡਿਸਟੈਂਸ ਤੁਹਾਨੂੰ ਗਿਵਨ ਨੇ ਇਹ ਤੁਹਾਨੂੰ ਬੇਟਾ ਜੀਪੀ ਜਿਓਮੈਟ੍ਰੀਕਲ ਪ੍ਰੋਗਰੈਸ਼ਨ ਜਿਹੜੀ ਬੇਟਾ ਤੁਸੀਂ +1 ਦੇ ਵਿੱਚ ਪੜ੍ਹੀ ਹੋਈ ਹੈ ਹਾਂਜੀ ਬੇਟਾ ਕਲੀਅਰ ਆਓ ਬੇਟਾ ਅਸੀਂ ਹੁਣ ਫੋਰਸ ਨਿਕਾਲਣੀ ਹੈ 1 ਕੂਲਮ ਚਾਰਜ ਉੱਪਰ ਇਹ ਬੇਟਾ ਸਾਡਾ ਓਰੀਜਨ ਤੇ ਪਿਆ ਆਓ ਬੇਟਾ ਇਹਨੂੰ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਬੇਟਾ ਦੇਖੋ ਇਹ ਸਾਡਾ ਬੇਟਾ ਓਰੀਜਨ ਹੈ ਜਿਹਦੇ ਉੱਪਰ ਬੇਟਾ 1 ਕੂਲਮ ਚਾਰਜ ਪਿਆ ਹੈ ਇਹ ਸਾਡੀ ਐਕਸ ਐਕਸਿਸ ਹੈ ਇਹ ਬੇਟਾ ਸਾਡੇ ਡਿਸਟੈਂਸ ਹੋ ਗਏ 1 2 4 8 ਹਰ ਇੱਕ ਡਿਸਟੈਂਸ ਦੇ ਉੱਪਰ ਬੇਟਾ 1 ਮਾਈਕਰੋਕੂਲਮ ਜਿਹੜਾ ਬੇਟਾ ਚਾਰਜ ਪਿਆ ਹੋਇਆ ਹੈ ਹਾਂਜੀ ਬੇਟਾ ਕਲੀਅਰ ਅਸੀਂ ਬੇਟਾ ਫੋਰਸ ਨਿਕਾਲਣੀ ਹੈ 1 ਕੂਲਮ ਦੇ ਉੱਪਰ ਇਹਦੇ ਉੱਪਰ ਫੋਰਸ 1 ਮਾਈਕਰੋਕੂਲਮ ਵੀ ਲਗਾਏਗਾ ਜਿਹੜਾ 1 ਮੀਟਰ ਤੇ ਪਿਆ ਹੈ ਇਹ ਵੀ ਲਗਾਏਗਾ ਸਾਰੇ ਇਸ ਉੱਪਰ ਫੋਰਸ ਲਗਾਣਗੇ ਮੰਨ ਲਓ ਇਹਨਾਂ ਦੇ ਸਾਈਨ ਸੇਮ ਨੇ ਜੇ ਉਹ ਉੱਪਰ ਫੋਰਸ ਆ ਲਗਾਏਗਾ ਬੇਟਾ ਇਹਨੂੰ ਰਿਪੈਲ ਕਰੇਗਾ ਦੂਸਰਾ ਵੀ ਰਿਪੈਲ ਕਰੇਗਾ ਤੀਸਰਾ ਵੀ ਰਿਪੈਲ ਕਰੇਗਾ ਇਹਦਾ ਮਤਲਬ ਟੋਟਲ ਫੋਰਸ ਜਿਹੜੀ ਹੈ ਅਸੀਂ ਨਿਕਾਲਣੀ ਹੈ ਸਭ ਨੂੰ ਬੇਟਾ ਅਸੀਂ ਐਡ ਕਰ ਲਾਂਗੇ Now total force is equal to 1 over 4 pi epsilon naught. This is Q1. ਇਹ ਚਾਰਜ ਹੋ ਗਿਆ ਲਗਾਈ ਕਿੰਨੇ ਪਹਿਲਾਂ ਇਹਦੀ ਵਾਰੀ ਹੈ ਜਿਹੜਾ 1 ਮੀਟਰ ਤੇ ਪਿਆ ਹੈ ਇਹਦੀ ਵੈਲਿਊ ਹੈ 10⁻⁻6 ਅੱਗੇ ਬੇਟਾ ਅਸੀਂ ਨਿਊਮੈਰੀਕਲ ਪੜ੍ਹੇ ਸੀ ਤੇ ਦੱਸਿਆ ਸੀ ਕਿ ਮਾਈਕਰੋ ਨੂੰ ਹਟਾ ਕੇ 10⁻⁻6 Q1 Q2 ਡਿਵਾਈਡਡ ਬਾਈ ਇਹ ਸਾਡਾ ਡਿਸਟੈਂਸ ਆ ਜਾਏਗਾ ਇਹ ਡਿਸਟੈਂਸ ਹੈਗਾ 1 ਉਹਦਾ ਬੇਟਾ ਸਕੇਅਰ ਆ ਗਿਆ ਪਲੱਸ ਸੈਕੰਡ ਵੀ ਫੋਰਸ ਲਗਾਏਗਾ ਇਹਦੇ ਉੱਪਰ ਉਹ ਕਿੰਨੀ ਆਏਗੀ 1 over 4 pi epsilon naught ਚਾਰਜਿਸ ਤੇ ਸੇਮ ਹੀ ਨੇ ਸੇਮ ਚਾਰਜਿਸ Q1 Q2 ਡਿਵਾਈਡਡ ਬਾਈ ਡਿਸਟੈਂਸ ਆ ਜਾਏਗਾ 2 ਦਾ ਸਕੇਅਰ ਪਲੱਸ ਸੋ ਔਨ ਅੱਗੇ ਆ ਜਾਏਗਾ 4 ਦਾ ਸਕੇਅਰ 16 ਦਾ ਸਕੇਅਰ ਨਾਓ that value is constant and common ਇਹਦੀ ਵੈਲਿਊ ਜਿਹੜੀ ਹੁੰਦੀ ਹੈ 9 into 10⁻9 10⁻⁻6 ਸਾਰੇ ਵਿੱਚ ਹੈ ਇਹਨੂੰ ਵੀ ਅਸੀਂ ਬਾਹਰ ਕਾਮਨ ਨਿਕਾਲ ਲਿਆ 9 into 10⁻9 ਅੰਦਰ ਰਹਿ ਗਿਆ 1 over 1 ਦਾ ਸਕੇਅਰ ਪਲੱਸ 1 over 2 ਦਾ ਸਕੇਅਰ ਪਲੱਸ 1 over 4 ਦਾ ਸਕੇਅਰ ਪਲੱਸ 1 over ਆ ਜਾਏਗਾ ਸਾਡੇ ਕੋਲ 16 ਦਾ ਸਕੇਅਰ ਨਾਓ ਦਿਸ ਇਜ਼ ਅ ਜੀਪੀ ਇਹ ਇੱਕ ਜੀਪੀ ਹੈ ਇਹ 'ਚ ਕਾਮਨ ਰੇਸ਼ੋ ਜਿਹੜੀ ਨਿਕਾਲਦੇ ਹਾਂ ਬੇਟਾ ਸੈਕੰਡ ਟਰਮ ਨੂੰ ਫਸਟ ਨਾਲ ਡਿਵਾਈਡ ਕਰਕੇ ਇਹਨੂੰ ਪਹਿਲਾਂ ਆਪਾਂ ਥੋੜਾ ਜਿਹਾ ਸੋਲਵ ਕਰ ਲੈਂਦੇ ਆ 1 over 1 1 over 2 ਸਕੇਅਰ ਆ ਗਿਆ 4 1 over 4 ਸਕੇਅਰ ਆ ਗਿਆ 16 ਐਂਡ ਸੋ ਔਨ ਵਿਚ ਇਜ਼ ਅ ਜੀਪੀ
ਤੇ GP ਦਾ ਜਿਹੜਾ ਸਮ ਹੁੰਦਾ ਹੈ A+1 ਦੇ ਵਿੱਚ ਪੜ੍ਹਿਆ, ਸਮ ਆਫ GP ਟੂ ਇਨਫਾਈਨਾਈਟ ਨੰਬਰ ਆਫ ਟਰਮਸ। ਇਨਫਾਈਨਾਈਟ ਨੰਬਰ ਆਫ ਟਰਮਸ ਦਾ ਸਮ ਹੁੰਦਾ ਹੈ A/1 - R। ਇਹਨਾਂ ਸਾਰਿਆਂ ਦਾ ਸਮ ਲੱਭਣਾ ਹੋਵੇ, ਜਿਹੜੇ ਮੈਡੀਕਲ ਵਾਲੇ ਸਟੂਡੈਂਟ ਹੈ ਖਾਸ ਤੌਰ 'ਤੇ ਧਿਆਨ ਦੇਣ, ਜਦੋਂ ਵੀ ਇਨਫਾਈਨਾਈਟ ਨੰਬਰ ਆਫ ਟਰਮਸ ਹੋਣ ਤੇ ਸਾਡੇ ਕੋਲ ਆ ਜਾਏ GP, ਰੇਸ਼ੋ ਸੇਮ ਹੈ, ਸੈਕੰਡ ਟਰਮ ਨੂੰ ਫਸਟ ਨਾਲ ਡਿਵਾਈਡ ਕਰੋ, ਸਾਡੇ ਕੋਲ ਆਏਗਾ 1/4। ਫਿਰ ਥਰਡ ਨੂੰ ਸੈਕੰਡ ਨਾਲ ਡਿਵਾਈਡ ਕਰਕੇ ਦੇਖੋ, ਫਿਰ ਤੁਹਾਡੇ ਕੋਲ ਰੇਸ਼ੋ ਜਿਹੜੀ ਆਏਗੀ 1/4 ਹੀ ਆਏਗੀ। ਹਰ ਇੱਕ ਨਾਲ ਦੀ ਟਰਮਾਂ ਦੀ ਰੇਸ਼ੋ ਸੇਮ ਹੋਣ ਕਰਕੇ ਇਹ GP ਦੀ ਪਹਿਚਾਣ ਹੈ। A ਦਾ ਮਤਲਬ ਫਸਟ ਟਰਮ, R ਦਾ ਮਤਲਬ ਜਿਹੜਾ ਇਹਨਾਂ ਵਿੱਚ ਕਾਮਨ ਰੇਸ਼ੋ ਹੈ ਜਿਹੜੀ 1/4 ਆ ਰਹੀ ਹੈ। ਤੇ ਟੋਟਲ ਫੋਰਸ ਆ ਜਾਏਗੀ 9 × 10⁻3। ਇਹ ਪਾਵਰ ਅਸੀਂ ਹੱਲ ਕਰ ਲਈਆਂ, 9 ਚੋਂ -6 ਗਏ 3 ਆ ਗਿਆ, ਇੰਟੂ ਸਾਡੇ ਕੋਲ ਆ ਜਾਏਗਾ 1 ਆ ਗਈ ਫਸਟ ਟਰਮ, ਤੇ ਸਾਡੇ ਕੋਲ 1 ਤੇ ਓਵਰ 'ਚ 1 ਮਾਈਨਸ ਰੇਸ਼ੋ ਆ ਗਈ 1/4। ਇਹਦਾ LCM ਆ ਜਾਏਗਾ 4 ਉਲਟ ਕੇ ਉੱਪਰ, ਇੱਥੇ ਆ ਜਾਏਗਾ 4 - 1, ਥੱਲੇ ਬਚੇਗਾ ਸਾਡੇ ਕੋਲ 3 ਨਾਲ ਅਸੀਂ 9 ਕੈਂਸਲ, ਸਾਡੇ ਕੋਲ ਆ ਜਾਏਗਾ 12,000 ਨਿਊਟਨ। ਇਹਦਾ ਮਤਲਬ ਜਿਹੜੀ ਫੋਰਸ ਹੈ, ਟੋਟਲ ਫੋਰਸ ਜਿਹੜੀ 1 ਕੂਲਮ ਤੇ ਲੱਗੇਗੀ, ਡੈਟ ਵਿਲ ਬੀ 12,000 ਨਿਊਟਨ ਹੋਏਗੀ। ਐਂਡ ਆਂਸਰ ਵਿਲ ਬੀ ਦਾ B। ਨਾਓ ਕਮ ਟੂ ਨੈਕਸਟ ਪ੍ਰੋਬਲਮ। ਬੇਟਾ ਇਸ ਕੁਐਸਚਨ ਦੇ ਵਿੱਚ ਪਹਿਲਾਂ ਅਸੀਂ ਬੇਟਾ ਫਿਗਰ ਦੇਖਦੇ ਹਾਂ। ਸਾਡੇ ਕੋਲ ਦੋ ਚਾਰਜਿਸ ਨੇ, ਇੱਕ Q1 ਹੈ, ਇੱਕ Q2 ਹੈ। ਇਹਨਾਂ ਦੇ ਬੇਟਾ ਅਸੀਂ ਸਾਈਨ ਦੱਸਣੇ ਆ ਕਿ Q1 ਦਾ ਤੇ Q2 ਦਾ ਕਿਹੜਾ ਸਾਈਨ ਹੈ। ਇਹ ਇਲੈਕਟ੍ਰਿਕ ਲਾਈਨ ਆਫ ਫੋਰਸਿਸ ਦਿੱਤੀਆਂ ਹੈ, ਤੇ ਸਾਨੂੰ ਪਤਾ ਹੈ ਕਿ ਜਿਹੜਾ ਪੋਜ਼ਿਟਿਵ ਚਾਰਜ ਹੁੰਦਾ ਹੈ ਉਹ ਤੋਂ ਇਲੈਕਟ੍ਰਿਕ ਲਾਈਨਸ ਆਫ ਫੋਰਸ ਆਊਟਵਰਡ ਜਾਂਦੀਆਂ, ਤੇ ਜਿਹੜਾ ਨੈਗੇਟਿਵ ਚਾਰਜ ਹੁੰਦਾ ਉਹਦੇ ਵੱਲ ਆਉਂਦੀਆਂ। ਇਹਦਾ ਰੇਡੀਅਲੀ ਆਊਟਵਰਡ, ਉਹਦਾ ਰੇਡੀਅਲੀ ਇਨਵਰਡ। ਇਹ ਇਲੈਕਟ੍ਰਿਕ ਲਾਈਨ ਆਫ ਫੋਰਸ Q1 ਵੱਲ ਆ ਰਹੀਆਂ ਹੈ। ਜਦੋਂ ਚਾਰਜ ਵੱਲ ਆਉਣ, ਇਹਦਾ ਮਤਲਬ Q1 ਦਾ ਸਾਈਨ ਸਾਡਾ ਹੋ ਗਿਆ ਨੈਗੇਟਿਵ। ਦੂਸਰੀ ਇਲੈਕਟ੍ਰਿਕ ਲਾਈਨ ਆਫ ਫੋਰਸ ਨੂੰ ਦੇਖੀਏ ਤੇ ਇਹ ਵੀ Q2 ਵੱਲ ਹੀ ਆ ਰਹੀਆਂ ਨੇ। ਜਦੋਂ ਚਾਰਜਿਸ ਵੱਲ ਆਉਂਦੀਆਂ ਤੇ ਉਦੋਂ ਸਾਈਨ ਹੁੰਦਾ ਉਹਦਾ ਨੈਗੇਟਿਵ। ਇਹਦਾ ਮਤਲਬ ਹੈ ਦੋਨਾਂ ਚਾਰਜਿਸ ਦੇ ਸਾਈਨ ਜਿਹੜੇ ਹੋਣਗੇ ਨੈਗੇਟਿਵ। ਦਾ ਆਨਸਰ ਵਿਲ ਬੀ ਦਾ A। ਇਲੈਕਟ੍ਰਿਕ ਲਾਈਨ ਆਫ ਫੋਰਸ ਜਿਹੜੀਆਂ ਨੇ ਉਹ ਪੋਜ਼ਿਟਿਵ ਚਾਰਜ ਤੋਂ ਸਟਾਰਟ ਹੁੰਦੀਆਂ ਨੇ ਤੇ ਨੈਗੇਟਿਵ ਚਾਰਜ ਵੱਲ ਪੁਆਇੰਟ ਆਊਟ ਕਰਦੀਆਂ। ਇਲੈਕਟ੍ਰਿਕ ਲਾਈਨਸ ਆਫ ਫੋਰਸ ਕਦੀ ਵੀ ਆਪਸ ਵਿੱਚ ਕ੍ਰਾਸ ਨਹੀਂ ਕਰਦੀਆਂ। ਇਲੈਕਟ੍ਰਿਕ ਲਾਈਨਸ ਆਫ ਫੋਰਸ ਉੱਪਰ ਕਿਸੇ ਵੀ ਪੁਆਇੰਟ ਦੇ ਉੱਪਰ ਅਸੀਂ ਟੈਂਜੈਂਟ ਡਰਾ ਕਰੀਏ ਤਾਂ ਸਾਨੂੰ ਡਾਇਰੈਕਸ਼ਨ ਮਿਲਦੀ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ। ਫਿਰ ਦੇਖੋ ਬੇਟਾ, ਇਹ ਜਿਹੜੀ ਬਾਕੀ ਪ੍ਰੋਪਰਟੀਜ਼ ਵੀ ਤੁਸੀਂ ਯਾਦ ਰੱਖਣੀ ਹੈ। ਇਲੈਕਟ੍ਰਿਕ ਲਾਈਨਸ ਆਫ ਫੋਰਸ ਦਾ ਜਿਹੜਾ ਫਾਇਦਾ ਹੈ, ਜਿਸ ਪੁਆਇੰਟ ਦੇ ਉੱਪਰ ਵੀ ਤੁਸੀਂ ਟੈਂਜੈਂਟ ਡਰਾ ਕਰੋਗੇ, ਮੰਨ ਲਓ ਆ ਸਾਡੇ ਕੋਲ ਇਲੈਕਟ੍ਰਿਕ ਲਾਈਨ ਆਫ ਫੋਰਸ ਹੈ, ਅਸੀਂ ਇਸ ਪੁਆਇੰਟ ਦੇ ਉੱਪਰ ਟੈਂਜੈਂਟ ਡਰਾ ਕਰਤੀ, ਸਾਨੂੰ ਇਸ ਪੁਆਇੰਟ ਦੀ ਡਾਇਰੈਕਸ਼ਨ ਪਤਾ ਲੱਗੇਗੀ ਇਲੈਕਟ੍ਰਿਕ ਫੀਲਡ ਦੀ ਕਿੱਧਰ ਨੂੰ ਹੈ। ਕਦੀ ਵੀ ਦੋ ਇਲੈਕਟ੍ਰਿਕ ਲਾਈਨਸ ਆਫ ਫੋਰਸ ਆਪਸ ਵਿੱਚ ਕ੍ਰਾਸ ਨਹੀਂ ਕਰਦੀਆਂ। ਇਲੈਕਟ੍ਰਿਕ ਲਾਈਨਸ ਆਫ ਫੋਰਸ ਚਾਰਜ ਕੰਡਕਟਰ ਬਾਡੀ ਦੇ ਹਮੇਸ਼ਾ ਪਰਪੈਂਡੀਕੂਲਰ ਹੁੰਦੀਆਂ। ਇਹ ਵੀ ਤੁਸੀਂ ਬੇਟਾ ਯਾਦ ਰੱਖਣਾ ਹੈ। ਕੋਈ ਸਾਡੇ ਕੋਲ ਚਾਰਜਡ ਕੰਡਕਟਰ ਹੈ ਤੇ ਇਲੈਕਟ੍ਰਿਕ ਲਾਈਨਸ ਆਫ ਫੋਰਸਿਸ ਜਿਹੜੀਆਂ ਹੋਣਗੀਆਂ ਉਹਦੇ ਪਰਪੈਂਡੀਕੂਲਰ ਹੋਣਗੀਆਂ। ਇਲੈਕਟ੍ਰਿਕ ਲਾਈਨਸ ਆਫ ਫੋਰਸ ਪੋਜ਼ਿਟਿਵ ਚਾਰਜ ਦੀ ਰੇਡੀਅਲੀ ਆਊਟਵਰਡ, ਇਲੈਕਟ੍ਰਿਕ ਲਾਈਨ ਆਫ ਫੋਰਸ ਜਿਹੜੀ ਹੈ ਨੈਗੇਟਿਵ ਚਾਰਜ ਦੀ ਰੇਡੀਅਲੀ ਇਨਵਰਡ ਹੁੰਦੀ ਹੈ। ਇਲੈਕਟ੍ਰਿਕ ਲਾਈਨਸ ਆਫ ਫੋਰਸ ਜਿਹੜੀ ਹੈ ਉਹ ਸਟਰੇਟ ਪਾਥ ਵੀ ਹੋ ਸਕਦੀ ਹੈ ਤੇ ਇਲੈਕਟ੍ਰਿਕ ਲਾਈਨ ਆਫ ਫੋਰਸ ਜਿਹੜੀ ਹੈ ਉਹ ਕਰਵਡ ਪਾਥ ਵੀ ਹੋ ਸਕਦੀ ਹੈ। ਇਹ ਡਿਪੈਂਡ ਕਰਦਾ ਜੇ ਤੇ ਇੱਕ ਇਕੱਲਾ ਚਾਰਜ ਹੈ, ਉਹਨਾਂ ਦੀ ਇਲੈਕਟ੍ਰਿਕ ਲਾਈਨਸ ਆਫ ਫੋਰਸ ਸਟਰੇਟ ਹੋਣਗੀਆਂ। ਜੇ ਸਾਡੇ ਕੋਲ ਸਿਸਟਮ ਆਫ ਚਾਰਜਿਸ ਨੇ ਤੇ ਉਹਨਾਂ ਦੀ ਇਲੈਕਟ੍ਰਿਕ ਲਾਈਨਸ ਆਫ ਫੋਰਸ ਜਿਹੜੀਆਂ ਨੇ ਉਹ ਕਰਵਡ ਹੋਣਗੀਆਂ। ਨਾਓ ਕਮ ਟੂ ਨੈਕਸਟ ਪ੍ਰੋਬਲਮ 20। ਸਾਡੇ ਕੋਲ ਬੇਟਾ ਇਸ ਪ੍ਰੋਬਲਮ 'ਚ ਕੀ ਦਿੱਤਾ ਹੈ ਕਿ ਇੱਕ ਬੇਟਾ ਸਫੀਅਰ ਹੈ, ਉਹਦਾ ਡਾਇਆਮੀਟਰ ਬੇਟਾ 5 ਮੀਟਰ ਹੈ। ਇੱਕ ਸਫੀਅਰ ਹੈ ਜਿਹਦਾ ਡਾਇਆਮੀਟਰ ਸਾਨੂੰ ਬੇਟਾ ਗਿਵਨ ਹੈ 5 ਮੀਟਰ। ਇਹਦੇ ਉੱਪਰ ਕਿੰਨਾ ਚਾਰਜ ਜਿਹੜਾ ਹੈ ਕੂਲਮ ਦੇ ਵਿੱਚ ਬੇਟਾ ਅਸੀਂ ਮੈਕਸੀਮਮ ਦੇ ਸਕਦੇ ਹਾਂ। ਕਿੰਨਾ ਚਾਰਜ ਇਸ ਸਫੀਅਰ ਉੱਪਰ ਮੈਕਸੀਮਮ ਅਸੀਂ ਹੋਲਡ ਕਰ ਸਕਦੇ ਹਾਂ ਤਾਂ ਜੋ ਸਾਡੀ ਏਅਰ ਦੀ ਇਨਸੂਲੇਟਿੰਗ ਪ੍ਰੋਪਰਟੀ ਬੇਟਾ ਖਰਾਬ ਨਾ ਹੋ ਜੇ। ਸਾਡੀ ਬੇਟਾ ਏਅਰ ਜਿਹੜੀ ਹੈ ਇਨਸੂਲੇਟਰ ਹੈ, ਏਅਰ ਦੇ ਵਿੱਚ ਚਾਰਜ ਫਲੋ ਨਹੀਂ ਕਰਦਾ। ਏਅਰ ਵਿੱਚ ਜਿਹੜਾ ਚਾਰਜ ਫਲੋ ਨਹੀਂ ਕਰਦਾ ਤੇ ਅਸੀਂ ਜਿਹੜਾ ਹੈ ਵੇਖਣਾ ਹੈ ਕਿ
ਇਹਦੇ ਉੱਪਰ ਕਿੰਨਾ ਚਾਰਜ ਹੋਲਡ ਕਰ ਸਕਦੇ ਹਾਂ। ਜੇਕਰ 에ਅਰ ਦੇ ਉੱਪਰ ਬੇਟਾ ਇੰਨਾ ਇਲੈਕਟ੍ਰਿਕ ਫੀਲਡ 1 ਮੀਟਰ 'ਚ ਲਗਾ ਦਈਏ, ਪਰ ਮੀਟਰ ਬੇਟਾ ਇੰਨੀ ਇਲੈਕਟ੍ਰਿਕ ਫੀਲਡ ਅਸੀਂ ਲਗਾ ਦਿੰਦੇ ਹਾਂ 3 × 10⁶, ਅਤੇ 에ਅਰ ਦੀ ਜਿਹੜੀ ਪ੍ਰੋਪਰਟੀ ਹੈ ਬੇਟਾ ਜਿਹੜੀ ਹੈ ਉਹ ਇਨਸੂਲੇਟਿੰਗ ਪ੍ਰੋਪਰਟੀ ਖਰਾਬ ਹੋ ਜਾਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਕਿੰਨਾ ਚਾਰਜ ਇਸ ਸਫੀਅਰ 'ਤੇ ਦੇ ਸਕੀਏ ਤਾਂ ਜੋ ਇਹਦੀ ਇਨਸੂਲੇਸ਼ਨ ਪ੍ਰੋਪਰਟੀ ਜਿਹੜੀ ਹੈ ਖਰਾਬ ਨਾ ਹੋਵੇ। ਸਾਨੂੰ ਬੇਟਾ ਕਿ ਸਫੀਅਰ ਦਾ ਇਲੈਕਟ੍ਰਿਕ ਫੀਲਡ ਔਨ ਦਾ ਸਰਫੇਸ ਜਿਹੜਾ ਹੁੰਦਾ ਹੈ ਉਹਦਾ ਫਾਰਮੂਲਾ E = 1/4πε0 Q/r²। ਇਹ ਬੇਟਾ ਫਾਰਮੂਲਾ ਅਸੀਂ ਆਲਰੇਡੀ ਪੜ੍ਹਿਆ ਕਿ E ਦਾ ਜਿਹੜਾ ਫਾਰਮੂਲਾ ਹੈ 1/4πε0 Q/r² ਸਰਫੇਸ ਆਫ ਸਫੀਅਰ ਦੇ ਉੱਪਰ। ਹਾਂਜੀ ਕਲੀਅਰ। ਇਹਦੇ ਵਿੱਚ ਬੇਟਾ ਇਲੈਕਟ੍ਰਿਕ ਫੀਲਡ ਦੀ ਵੈਲਿਊ ਆ ਤੁਸੀਂ ਭਰ ਦਿਓ, ਅਤੇ ਰੇਡੀਅਸ ਅਸੀਂ ਸਫੀਅਰ ਦਾ ਭਰ ਕੇ, ਅਤੇ ਬੇਟਾ ਚਾਰਜ ਦੀ ਜਿਹੜੀ ਅਸੀਂ ਵੈਲਿਊ ਨਿਕਾਲ ਲਾਂਗੇ। ਇੰਨਾ ਵੱਧ ਤੋਂ ਵੱਧ ਅਸੀਂ ਚਾਰਜ ਜਿਹੜਾ ਇਹਦੇ ਉੱਤੇ ਪਰ ਹੋਲਡ ਕਰ ਸਕਦੇ ਹਾਂ। ਇਸ ਤੋਂ ਵੱਧ ਚਾਰਜ ਦਿਓਗੇ ਅਤੇ 에ਅਰ ਦੇ ਵਿੱਚ ਬੇਟਾ ਜਿਹੜਾ ਚਾਰਜ ਲੀਕ ਕਰ ਜਾਏਗਾ, ਸਪਾਰਕਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਨਾਓ ਕਮ ਟੂ ਨੈਕਸਟ ਪ੍ਰੋਬਲਮ। ਸਾਡੇ ਕੋਲ ਬੇਟਾ ਇੱਕ ਡਾਇਗਰਾਮ ਹੈ। ਇਸ ਡਾਇਗਰਾਮ ਦੇ ਵਿੱਚ ਉਹਨੇ ਪੁੱਛਿਆ ਕਿ A ਅਤੇ B ਜਿਹੜੇ ਦੋ ਚਾਰਜਿਸ ਨੇ ਇਹਨਾਂ ਦੇ ਸਾਈਨ ਬਾਰੇ ਦੱਸੋ, ਇਹਨਾਂ ਦੇ ਸਾਈਨ ਕਿਹੜੇ ਕਿਹੜੇ ਹੋਣਗੇ, ਅਤੇ ਨਾਲ ਪੁੱਛਿਆ ਬੇਟਾ ਇਹਨਾਂ ਦੇ ਜਿਹੜੇ ਹੈ ਮੈਗਨੀਟਿਊਡ ਇਕੁਅਲ ਹੋਣਗੇ ਕਿ ਨਹੀਂ ਹੋਣਗੇ। ਸਭ ਨਾਲੋਂ ਪਹਿਲਾਂ ਸਾਨੂੰ ਉੱਪਰ ਵੀ ਆਪਾਂ ਡਿਸਕਸ ਕੀਤਾ ਕਿ ਇਲੈਕਟ੍ਰਿਕ ਲਾਈਨ ਆਫ ਫੋਰਸ ਪੋਜ਼ਿਟਿਵ ਚਾਰਜ ਤੋਂ ਸਟਾਰਟ ਹੋ ਕੇ ਨੈਗੇਟਿਵ ਵੱਲ ਜਾਂਦੀਆਂ। ਇਹ ਬੇਟਾ ਦੇਖੋ A ਤੋਂ B ਜਾ ਰਹੀਆਂ, ਸਾਰੀ ਇਲੈਕਟ੍ਰਿਕ ਲਾਈਨਸ ਆਫ ਫੋਰਸ A ਤੋਂ B ਜਾ ਰਹੀਆਂ। ਇਹਦਾ ਮਤਲਬ A ਦਾ ਜਿਹੜਾ ਸਾਈਨ ਹੈ ਉਹ ਪੋਜ਼ਿਟਿਵ ਹੋਏਗਾ, ਅਤੇ B ਵਾਲੇ ਦਾ ਜਿਹੜਾ ਸਾਈਨ ਹੈ ਬੇਟਾ ਉਹ ਨੈਗੇਟਿਵ ਹੋਏਗਾ। ਹਾਂਜੀ ਕਲੀਅਰ। ਦੂਸਰਾ, ਇਹਦੇ ਬੇਟਾ ਆਪਸ਼ਨ ਦੇ ਵਿੱਚ ਉਹਨੇ ਲਿਖਿਆ ਕਿ ਚਾਰਜ A B ਦੇ ਮੈਗਨੀਟਿਊਡ ਇਕੁਅਲ ਹੈ ਕਿ ਗ੍ਰੇਟਰ ਹੈ, ਇਹ ਵੀ ਡਿਸਕਸ ਕਰਨਾ ਹੈ। ਬੇਟਾ ਇਹਦੀ ਜਿਹੜੀ ਹੈ ਡਿਸਟਰੀਬਿਊਸ਼ਨ ਆਫ ਇਲੈਕਟ੍ਰਿਕ ਲਾਈਨਸ ਆਫ ਫੋਰਸ ਦੇਖੋ, ਜਿੰਨੀਆਂ ਇਲੈਕਟ੍ਰਿਕ ਲਾਈਨਸ ਆਫ ਫੋਰਸ A ਤੋਂ ਨਿਕਲਦੀ ਪਈਆਂ ਦੇਖੋ ਬੇਟਾ 1 2 3 4 5, ਓਨੀਆਂ ਹੀ ਇਲੈਕਟ੍ਰਿਕ ਲਾਈਨਸ ਆਫ ਫੋਰਸ ਬੇਟਾ B ਨੂੰ ਜਾ ਰਹੀਆਂ 1 2 3 4 5। ਬੇਟਾ ਆ ਵੀ ਜਿਹੜੀਆਂ ਇੱਧਰੋਂ ਘੁੰਮ ਕੇ ਉੱਧਰ ਹੀ ਜਾ ਰਹੀਆਂ। ਹਾਂਜੀ ਬੇਟਾ ਕਲੀਅਰ। ਜੇ ਜਿੰਨੀਆਂ ਇਲੈਕਟ੍ਰਿਕ ਲਾਈਨ ਆਫ ਫੋਰਸ A ਤੋਂ ਨਿਕਲ ਕੇ ਸਾਰੀਆਂ ਦੀ ਸਾਰੀਆਂ B 'ਤੇ ਜਾ ਰਹੀਆਂ, ਇਹਦਾ ਮਤਲਬ ਹੈ ਕਿ ਦੋਨਾਂ ਦੇ ਜਿਹੜੇ ਚਾਰਜਿਸ ਦੇ ਮੈਗਨੀਟਿਊਡ ਜਿਹੜੇ ਨੇ ਉਹ ਸੇਮ ਹੋਣਗੇ। ਹੈਂਸ the magnitude of A will be equal to magnitude of B, and A will be positive and B will be negative. The correct answer will be A. Now in the 22nd problem, ਬੇਟਾ ਸਾਡੇ ਕੋਲ ਦੋ ਚਾਰਜਿਸ ਨੇ, ਇੱਕ Q ਇੱਕ -2Q। ਇਹਨਾਂ ਨੂੰ ਕਿਸੇ ਨਾ ਕਿਸੇ ਬੇਟਾ ਡਿਸਟੈਂਸ 'ਤੇ ਆਪਾਂ ਰੱਖ ਦਿੱਤਾ ਹੈ। ਇਲੈਕਟ੍ਰਿਕ ਫੀਲਡ Q ਨੇ ਬੇਟਾ -Q ਦੇ ਉੱਤੇ ਵੀ ਪੈਦਾ ਕਰਨਾ ਹੈ, ਅਤੇ -Q ਵਾਲੇ ਨੇ ਬੇਟਾ Q ਦੇ ਉੱਪਰ ਵੀ ਇਲੈਕਟ੍ਰਿਕ ਫੀਲਡ ਪੈਦਾ ਕਰਨਾ ਹੈ। ਇਫ ਇਲੈਕਟ੍ਰਿਕ ਫੀਲਡ ਐਟ ਦਾ ਲੋਕੇਸ਼ਨ ਆਫ Q, ਜਿਹੜਾ Q ਚਾਰਜ ਹੈ ਉਹਦੇ ਉੱਪਰ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ E ਹੈ। ਬੇਟਾ Q ਚਾਰਜ ਉੱਪਰ ਇਲੈਕਟ੍ਰਿਕ ਫੀਲਡ ਪੈਦਾ ਕੌਣ ਕਰੇਗਾ? -2Q। ਦੈਨ ਇਲੈਕਟ੍ਰਿਕ ਫੀਲਡ ਬੇਟਾ -2Q ਦੇ ਉੱਤੇ ਕਿੰਨਾ ਹੋਏਗਾ? ਆਓ ਬੇਟਾ ਇਹਨੂੰ ਅਸੀਂ ਜਿਹੜਾ ਹੈ ਸੋਲਵ ਕਰਦੇ ਹਾਂ। ਬੇਟਾ ਇਹ Q ਚਾਰਜ ਹੋ ਗਿਆ, ਇਹ ਹੋ ਗਿਆ ਤੁਹਾਡਾ -2Q, ਡਿਸਟੈਂਸ ਮੰਨ ਲਿਆ ਅਸੀਂ ਵਿੱਚ ਬੇਟਾ D। -2Q ਦਾ ਇਲੈਕਟ੍ਰਿਕ ਫੀਲਡ ਬੇਟਾ ਜਿਹੜਾ Q 'ਤੇ ਉਹ ਸਾਨੂੰ ਦਿੱਤਾ ਹੋਇਆ E, ਇਹ ਗਿਵਨ ਹੈ। -2Q ਦਾ Q ਉੱਪਰ ਜਿਹੜਾ ਇਲੈਕਟ੍ਰਿਕ ਫੀਲਡ ਹੈ E, ਅਤੇ ਬੇਟਾ ਜਿਹੜਾ E ਦੀ ਜਿਹੜੀ ਵੈਲਿਊ ਆਏਗੀ 1/4πε0। ਇਹ ਕਿਹਦਾ ਫੀਲਡ ਹੈ? -2Q ਦਾ। -2Q ਡਿਸਟੈਂਸ ਕਿੰਨਾ ਆਏਗਾ ਬੇਟਾ? D²। ਹਾਂਜੀ ਬੇਟਾ ਕਲੀਅਰ। ਹੁਣ -2Q ਉੱਪਰ ਅਸੀਂ ਇਲੈਕਟ੍ਰਿਕ ਫੀਲਡ ਨਿਕਾਲਣਾ ਹੈ, ਉਹ ਕੌਣ ਪੈਦਾ ਕਰੇਗਾ ਬੇਟਾ? Q ਪੈਦਾ ਕਰੇਗਾ। ਡਿਸਟੈਂਸ ਤੇ D ਹੀ ਹੈ, ਉਹਦਾ ਇਲੈਕਟ੍ਰਿਕ ਫੀਲਡ ਅਸੀਂ ਮੰਨ ਲਿਆ ਬੇਟਾ E' ਮੰਨ ਲਿਆ। ਉਹ ਕਿੰਨੀ ਵੈਲਿਊ ਆਏਗੀ? 1/4πε0 Q/D²।
ਅਸੀਂ ਬੇਟਾ ਦੋਨੋਂ ਇਲੈਕਟ੍ਰਿਕ ਫੀਲਡ ਨੂੰ ਅਸੀਂ ਡਿਵਾਈਡ ਕਰ ਲਿਆ। ਅਸੀਂ ਉੱਪਰ ਜਿਹੜਾ ਈ ਡੈਸ਼ ਰੱਖ ਕੇ ਥੱਲੇ ਈ ਨਾਲ ਜਦੋਂ ਡਿਵਾਈਡ ਕੀਤਾ, ਆਹ ਬੇਟਾ ਵਿੱਚੋਂ ਕੈਂਸਲ ਹੋ ਗਈਆਂ ਤੇ ਸਾਡੇ ਕੋਲ ਆ ਗਿਆ Q/d² ਮਲਟੀਪਲਾਈ ਬਾਏ, ਇਹ ਉਲਟ ਜਾਏਗਾ ਬੇਟਾ d² / -2Q, ਸਾਰਾ ਕੁਝ ਬੇਟਾ ਕੈਂਸਲ ਹੋ ਕੇ ਸਾਡੇ ਕੋਲ ਬਚ ਗਿਆ -1/2। ਬੇਟਾ ਈ ਨੂੰ ਉੱਪਰ ਲੈ ਗਏ, ਈ ਡੈਸ਼ ਦੀ ਵੈਲਿਊ ਆ ਗਈ -e/2। ਇਹਦਾ ਮਤਲਬ ਜਿਹੜਾ ਇਲੈਕਟ੍ਰਿਕ ਫੀਲਡ -2Q ਦੇ ਉੱਪਰ ਹੋਏਗਾ ਉਹਦੀ ਵੈਲਿਊ ਹੋਏਗੀ -e/2। ਬੇਟਾ ਮਾਈਨਸ ਇਸ ਕਰਕੇ ਹੈ ਕਿਉਂਕਿ ਦੋਨੋਂ ਚਾਰਜਿਸ ਓਪੋਜਿਟ ਨੇ, ਇੱਕ ਦਾ ਇਲੈਕਟ੍ਰਿਕ ਫੀਲਡ ਦੂਜੇ ਨਾਲ ਓਪੋਜਿਟ ਹੋਏਗਾ। ਪੋਜ਼ਿਟਿਵ ਚਾਰਜ ਦਾ ਫੀਲਡ ਰੇਡੀਅਲੀ ਆਊਟਵਰਡ ਤੇ ਨੈਗੇਟਿਵ ਚਾਰਜ ਦਾ ਫੀਲਡ ਜਿਹੜਾ ਹੁੰਦਾ ਹੈ ਰੇਡੀਅਲੀ ਇਨਵਰਡ ਹੁੰਦਾ ਹੈ। ਨਾਓ ਆਨਸਰ ਵਿਲ ਬੀ -e/2। therefore the correct option will be A. now in the next problem ਬੇਟਾ ਸਾਡੇ ਕੋਲ ਇੱਕ ਵਾਟਰ ਦਾ ਡ੍ਰੌਪ ਹੈ, ਉਹਦਾ ਮਾਸ m ਹੈ, ਉਹਨੂੰ ਬੇਟਾ 에ਅਰ ਦੇ ਵਿੱਚ ਅਸੀਂ ਰਿਮੇਨ ਸਸਪੈਂਡਡ, ਜਿੱਥੇ ਪਿਆ ਬੇਟਾ ਉਹਨੂੰ ਉੱਥੇ ਹੀ ਰੱਖਣਾ ਹੈ। when charge with 1 electron of E is given, ਬੇਟਾ ਇਹ ਸਾਡੇ ਕੋਲ ਵਾਟਰ ਦਾ ਡ੍ਰੌਪ, ਇਹਦਾ ਬੇਟਾ ਮਾਸ m ਹੋਣ ਕਰਕੇ ਇਹਦਾ ਜਿਹੜਾ weight ਹੋਏਗਾ mg ਵਰਟੀਕਲੀ ਡਾਊਨਵਰਡ। ਅਸੀਂ ਚਾਹੁੰਦੇ ਹਾਂ ਕਿ ਇਹ ਵਾਟਰ ਦਾ ਡ੍ਰੌਪ ਉੱਥੇ ਹੀ ਰਵੇ ਤੇ ਇਹਦਾ ਮਤਲਬ ਬੇਟਾ ਸਾਨੂੰ weight ਦੇ ਆਪੋਜਿਟ ਇੱਕ ਫੋਰਸ ਚਾਹੀਦੀ ਹੈ, ਕਿਉਂਕਿ ਬੇਟਾ ਜਿੰਨੀ ਫੋਰਸ ਅਪਵਰਡ ਹੋਏਗੀ ਓਨੀ ਹੀ ਡਾਊਨਵਰਡ ਹੋਵੇ ਤੇ ਬੇਟਾ ਇਹ ਜਿਹੜਾ ਹੈ ਵਾਟਰ ਦਾ ਡ੍ਰੌਪ ਬੇਟਾ ਉੱਥੇ ਦਾ ਉੱਥੇ ਹੀ ਸਸਪੈਂਡਡ ਰਹੇਗਾ। ਇਹਦਾ ਮਤਲਬ ਵਾਟਰ ਦਾ ਡ੍ਰੌਪ ਰਿਮੇਨ ਸਸਪੈਂਡਡ ਓਨਲੀ ਵੈਨ ਇਫ F is equal to mg। ਹੁਣ F is equal to mg ਤੇ ਬੇਟਾ ਕਲੀਅਰ ਹੈ, ਬਟ ਇਹ ਜਿਹੜੀ ਬੇਟਾ ਫੋਰਸ ਹੈ ਇਹ ਕਿਸ ਤਰ੍ਹਾਂ ਪੈਦਾ ਕਰੀਏ। ਸਾਨੂੰ ਵਾਟਰ ਦੇ ਉੱਪਰ ਚਾਰਜ ਗਿਵਨ ਹੈ E ਤੇ ਬੇਟਾ ਫੋਰਸ ਤੇ ਤਾਂ ਹੀ ਲੱਗੇਗੀ ਜੇਕਰ ਚਾਰਜ ਹੋਵੇ ਤੇ ਇਲੈਕਟ੍ਰਿਕ ਫੀਲਡ ਵੀ ਹੋਵੇ। ਅਸੀਂ ਕੀ ਕਰਦੇ ਹਾਂ, ਬਾਹਰੋਂ ਅਸੀਂ ਇਲੈਕਟ੍ਰਿਕ ਫੀਲਡ ਨੂੰ ਅਪਲਾਈ ਕਰਤਾ। ਜਦੋਂ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਇਸ ਵਾਟਰ ਡ੍ਰੌਪ ਦੇ ਉੱਪਰ ਤੇ ਉਹਦੇ ਉੱਪਰ ਫੋਰਸ ਲੱਗ ਗਈ QE, ਕਹਿਣ ਦਾ ਮਤਲਬ ਬੇਟਾ EE। ਹਾਂਜੀ ਬੇਟਾ ਕਲੀਅਰ। ਇਸ EE ਨੂੰ ਬੇਟਾ F ਦੀ ਜਗ੍ਹਾ ਤੇ ਪੁੱਟ ਕਰਤਾ, ਕੈਪੀਟਲ E ਇਕੁਅਲ ਟੂ mg ਤੇ ਇਹਦੇ ਵਿੱਚੋਂ ਅਸੀਂ ਕੈਪੀਟਲ E ਦੀ ਵੈਲਿਊ ਨਿਕਾਲ ਲਵਾਂਗੇ mg ਡਿਵਾਈਡਡ ਬਾਈ ਸਮਾਲ e ਐਂਡ ਦਾ ਕਰੈਕਟ ਆਨਸਰ ਵਿਲ ਬੀ B। ਬੇਟਾ ਇਸੇ ਪ੍ਰੋਬਲਮ ਦੇ ਵਿੱਚ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਸਾਡੇ ਕੋਲ ਇੱਕ ਕੋਈ ਪਾਰਟੀਕਲ ਹੈ ਜਿਹਦੇ ਉੱਪਰ ਚਾਰਜ ਹੈ Q, ਹਾਂਜੀ ਕਲੀਅਰ, ਇਹਦੇ ਉੱਪਰ ਅਸੀਂ ਇਲੈਕਟ੍ਰਿਕ ਫੀਲਡ ਲਗਾਤਾ। ਇਸ ਤਰ੍ਹਾਂ ਵੀ ਕੁਐਸਚਨ ਆ ਸਕਦਾ ਹੈ ਕਿ ਚਾਰਜ ਪਾਰਟੀਕਲ ਹੈ ਉਹਦੇ ਉੱਪਰ ਅਸੀਂ ਇਲੈਕਟ੍ਰਿਕ ਫੀਲਡ ਲਗਾਤਾ। ਜਦੋਂ ਇਲੈਕਟ੍ਰਿਕ ਫੀਲਡ ਲਗਾਤਾ ਤੇ ਚਾਰਜ ਪਾਰਟੀਕਲ ਦੇ ਉੱਤੇ ਬੇਟਾ ਫੋਰਸ ਲੱਗੇਗੀ F is equal to QE। ਜਦੋਂ ਚਾਰਜ ਪਾਰਟੀਕਲ ਉੱਪਰ ਫੋਰਸ ਲੱਗੇਗੀ F is equal to QE ਤੇ ਚਾਰਜ ਪਾਰਟੀਕਲ ਬੇਟਾ ਮੂਵ ਕਰੇਗਾ ਤੇ ਨਿਊਟਨ ਸੈਕੰਡ ਲਾਅ ਦੇ ਅਕੋਰਡਿੰਗ ਉਹਦੇ 'ਚ ਐਕਸਲਰੇਸ਼ਨ ਪੈਦਾ ਹੋਏਗੀ ma, ਉਹ ਕਿਹਦੇ ਕੋਲ ਹੋ ਜਾਏਗੀ QE, ma is equal to QE ਤੇ ਬੇਟਾ ਵਿੱਚੋਂ ਅਸੀਂ ਐਕਸਲਰੇਸ਼ਨ ਵੀ ਨਿਕਾਲ ਸਕਦੇ ਹਾਂ QE ਡਿਵਾਈਡਡ ਬਾਈ m। ਹਾਂਜੀ ਬੇਟਾ ਕਲੀਅਰ। ਜੇ ਇਲੈਕਟ੍ਰੋਨ ਹੋਏਗਾ ਤੇ Q ਦੀ ਜਗ੍ਹਾ ਤੇ ਅਸੀਂ ਬੇਟਾ E ਪੁੱਟ ਕਰ ਲਵਾਂਗੇ। ਨਾਓ ਨੈਕਸਟ ਪ੍ਰੋਬਲਮ, ਸਾਡੇ ਕੋਲ ਬੇਟਾ ਦੋ ਚਾਰਜਡ ਸਫੀਅਰ ਹੈਗੇ ਬੇਟਾ A ਤੇ B। ਇੱਕ ਉੱਪਰ ਚਾਰਜ 10 ਮਾਈਕਰੋਕੂਲਮ ਹੈ, ਇੱਕ ਉੱਪਰ ਬੇਟਾ 40 ਮਾਈਕਰੋਕੂਲਮ ਹੈ। ਇਹਨਾਂ ਨੂੰ ਬੇਟਾ 90 ਸੈਂਟੀਮੀਟਰ ਦੀ ਦੂਰੀ ਤੇ ਰੱਖਿਆ ਹੈ। ਅਸੀਂ ਕੀ ਨਿਕਾਲਣਾ ਹੈ, ਐਟ ਵਾਟ ਡਿਸਟੈਂਸ ਫਰੋਮ A ਇਲੈਕਟ੍ਰਿਕ ਫੀਲਡ ਵੁੱਡ ਬੀ 0। A ਤੋਂ ਕਿੰਨੇ ਡਿਸਟੈਂਸ ਤੇ ਤੁਹਾਡਾ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ 0 ਹੋਏਗਾ। ਬੇਟਾ ਇਹਦੇ ਨਾਲ ਦੀ ਪ੍ਰੋਬਲਮ ਪਿੱਛੇ ਆਈ ਸੀ। ਪਹਿਲੀ ਗੱਲ ਤੇ ਇੱਕ ਚੀਜ਼ ਯਾਦ ਰੱਖਣੀ ਹੈ, ਜੇਕਰ ਸਾਡੇ ਕੋਲ ਦੋ ਚਾਰਜਿਸ ਨੇ ਬੇਟਾ, ਦੋਨਾਂ ਦਾ ਮੰਨ ਲਓ ਮੈਗਨੀਟਿਊਡ ਸੇਮ ਹੈ, ਤਾਂ ਇੱਕ ਚਾਰਜ ਬੇਟਾ ਸਾਡੇ ਕੋਲ ਹੋਰ ਹੈ ਛੋਟਾ Q। ਪੁੱਛਿਆ ਜਾਵੇ ਕਿ ਤੀਸਰਾ ਚਾਰਜ ਕਿੱਥੇ ਰੱਖੀਏ ਤਾਂ ਜੋ ਸਿਸਟਮ ਸਾਡਾ ਇਕੁਇਲਿਬਰੀਅਮ 'ਚ ਆਏਗਾ ਤੇ ਬੇਟਾ ਆਨਸਰ ਆਏਗਾ ਕਿ ਤੀਜਾ ਚਾਰਜ ਅਸੀਂ ਸੈਂਟਰ ਤੇ ਰੱਖਣਾ ਹੈ। ਇਹ ਧਿਆਨ ਰੱਖਣਾ ਹੈ ਕਿ ਸਾਈਡਾਂ ਵਾਲੇ ਜੇਕਰ ਚਾਰਜਿਸ ਦੇ ਇਹਨਾਂ ਦੇ ਮੈਗਨੀਟਿਊਡ ਸੇਮ ਨੇ ਤੇ ਤੀਸਰਾ ਚਾਰਜ ਅਸੀਂ ਬਿਲਕੁਲ ਉਹਨਾਂ ਦੇ ਮਿਡ ਪੁਆਇੰਟ ਤੇ ਰੱਖਾਂਗੇ ਤਾਂ ਜੋ ਸਿਸਟਮ ਸਾਡਾ ਜਿਹੜਾ ਹੈ ਉਹ ਇਕੁਇਲਿਬਰੀਅਮ 'ਚ ਰਹੇਗਾ। ਤੇ ਜਿਹੜਾ ਬੇਟਾ ਆਹ ਪੁਆਇੰਟ ਹੈ ਜਿੱਥੇ ਨੈਟ ਫੋਰਸ 0 ਹੁੰਦੀ ਹੈ, ਇਹਨੂੰ ਅਸੀਂ ਬੋਲਦੇ ਬੇਟਾ ਨਿਊਟਰਲ ਪੁਆਇੰਟ।
ਨਿਊਟਰਲ ਪੁਆਇੰਟ ਉਹ ਜਿੱਥੇ ਨੈਟ ਫੋਰਸ ਜਿਹੜੀ ਹੈ ਉਹ ਜ਼ੀਰੋ ਹੋਏਗੀ। ਜੇ ਆਹ ਸਿਸਟਮ ਸਾਡਾ ਬੇਟਾ ਇਕੁਇਲਿਬਰੀਅਮ 'ਚ ਹੈ, ਇੱਥੇ ਵੀ ਨੈਟ ਫੋਰਸ ਜ਼ੀਰੋ ਹੋਏਗੀ, ਇੱਥੇ ਜਿਹੜਾ ਚਾਰਜ ਹੋਏਗਾ ਉੱਤੇ ਵੀ ਨੈਟ ਫੋਰਸ ਜ਼ੀਰੋ ਹੋਏਗੀ, ਹਰ ਜਗ੍ਹਾ ਦੇ ਉੱਤੇ ਨੈਟ ਫੋਰਸ ਸਾਡੀ ਜ਼ੀਰੋ ਹੋਏਗੀ। ਪਰ ਜੇਕਰ ਇੱਕ ਚਾਰਜ ਦਾ ਮੈਗਨੀਟਿਊਡ ਸਾਈਡਾਂ ਵਾਲੇ ਵਿੱਚੋਂ ਇੱਕ ਛੋਟਾ ਹੈ, ਦੂਜੇ ਦਾ ਚਾਰਜ ਦਾ ਮੈਗਨੀਟਿਊਡ ਮੰਨ ਲਓ ਵੱਡਾ ਹੈ, ਇਹਦਾ ਕਿਊ ਲੈ ਲਿਆ ਬੇਟਾ, ਇਹਦਾ 4Q ਲੈ ਲਿਆ, ਤੇ ਤੀਸਰਾ ਚਾਰਜ ਕਿੱਥੇ ਰੱਖਾਂਗੇ ਤਾਂ ਜੋ ਸਿਸਟਮ ਸਾਡਾ ਇਕੁਇਲਿਬਰੀਅਮ 'ਚ ਆਏਗਾ। ਬੇਟਾ ਇਸ ਕੇਸ ਵਿੱਚ ਤੇ QQ, ਇੱਧਰੋਂ ਵੀ ਫੋਰਸ ਆਏਗੀ QQ, ਤੇ ਬੇਟਾ ਡਿਸਟੈਂਸ ਹੀ ਆਪਾਂ ਸੇਮ ਰੱਖੇ ਤੇ ਤਦੇ ਸਾਡਾ ਬੇਟਾ ਨੈਟ ਫੋਰਸ ਜ਼ੀਰੋ ਆਈ। ਤੇ ਜਦੋਂ ਅੱਜ ਦੋਨੋਂ ਚਾਰਜਿਸ ਹੀ ਸੇਮ ਨਹੀਂ ਨੇ ਤੇ ਯਾਦ ਰੱਖਣਾ ਹੈ ਕਿ ਤੁਸੀਂ ਤੀਸਰਾ ਚਾਰਜ ਜਿਹੜਾ ਹੈ ਉਹ ਛੋਟੇ ਚਾਰਜ ਦੇ ਲਾਗੇ ਰੱਖਣਾ ਹੈ, ਫਿਰ ਸਾਡਾ ਜਿਹੜਾ ਸਿਸਟਮ ਜਿਹੜਾ ਹੈ ਉਹ ਇਕੁਇਲਿਬਰੀਅਮ 'ਚ ਆਏਗਾ। ਹਾਂਜੀ ਬੇਟਾ ਫਿਰ ਦੇਖ ਲਓ, ਜੇ ਸਾਈਡਾਂ ਵਾਲੇ ਚਾਰਜਿਸ ਦਾ ਮੈਗਨੀਟਿਊਡ ਸੇਮ ਨਹੀਂ ਹੈ ਦੈਨ ਦ ਥਰਡ ਚਾਰਜ ਸ਼ੁੱਡ ਬੀ ਨੀਅਰ ਟੂ ਦ ਸਮੋਲਰ ਵਨ, ਦੈਨ ਦ ਸਿਸਟਮ ਵਿਲ ਬੀ ਇਨ ਇਕੁਇਲਿਬਰੀਅਮ। ਹਾਂਜੀ ਬੇਟਾ ਕਲੀਅਰ। ਹੁਣ ਜਿਹੜੀ ਪ੍ਰੋਬਲਮ ਗਿਵਨ ਹੈ ਇਹਦੇ ਵਿੱਚ ਸਾਡੇ ਕੋਲ ਕੀ ਦਿੱਤਾ ਹੋਇਆ ਹੈ, ਇੱਕ ਚਾਰਜ ਬੇਟਾ ਸਾਡਾ A ਪੁਆਇੰਟ ਤੇ ਹੈ 10 ਮਾਈਕਰੋਕੂਲਮ, ਦੂਸਰਾ ਚਾਰਜ ਸਾਡਾ B ਪੁਆਇੰਟ ਤੇ ਹੈ 40 ਮਾਈਕਰੋਕੂਲਮ, ਤੇ ਬੇਟਾ ਇਹਨਾਂ ਦੇ ਵਿੱਚ ਜਿਹੜਾ ਡਿਸਟੈਂਸ ਹੈ 90 ਸੈਂਟੀਮੀਟਰ ਹੈ। ਬੇਟਾ 90 ਸੈਂਟੀਮੀਟਰ ਹੈ ਤੇ ਇਹਦਾ ਬੇਟਾ ਅਸੀਂ ਮੀਟਰ ਕਰਨੇ ਆ। ਨਾਓ ਜਿਹੜਾ ਹੈ ਨਿਊਟਰਲ ਪੁਆਇੰਟ ਬੇਟਾ A ਦੇ ਨੀਅਰ ਵਾਇਆ, ਬੇਟਾ ਨਿਊਟਰਲ ਪੁਆਇੰਟ ਸੈਂਟਰ 'ਚ ਵੀ ਹੋ ਸਕਦਾ ਸੀ, ਪਰ ਇਹਨਾਂ ਦੇ ਮੈਗਨੀਟਿਊਡ ਸੇਮ ਹੋਣੇ ਚਾਹੀਦੇ ਸੀ। ਜੇ ਆਹ 10 ਹੈ ਤੇ ਆਹ ਵੀ 10 ਹੁੰਦਾ ਤੇ ਨਿਊਟਰਲ ਪੁਆਇੰਟ ਐਗਜ਼ੈਕਟਲੀ ਮਿਡਵੇ ਤੇ ਹੁੰਦਾ, ਇੱਧਰੋਂ 45 ਤੇ ਬੇਟਾ ਉਧਰੋਂ ਵੀ 45 ਹੋਣਾ ਸੀ। ਪਰ ਉਹਨੇ ਕੀ ਕਿਹਾ ਕਿ ਤੁਹਾਡਾ ਉਹ ਪੁਆਇੰਟ ਲੱਭੋ ਜਿੱਥੇ ਨੈਟ ਇਲੈਕਟ੍ਰਿਕ ਫੀਲਡ ਜ਼ੀਰੋ ਹੈ, A ਸਾਈਡ ਤੋਂ ਲੱਭੋ। A ਸਾਈਡ ਤੋਂ ਇਸ ਕਰਕੇ ਕਿਹਾ ਕਿਉਂਕਿ A ਵਾਲਾ ਚਾਰਜ ਬੇਟਾ ਛੋਟਾ ਹੈ ਤੇ ਜਿਹੜਾ ਨਿਊਟਰਲ ਪੁਆਇੰਟ ਹੁੰਦਾ ਜਿੱਥੇ ਨੈਟ ਇਲੈਕਟ੍ਰਿਕ ਫੀਲਡ ਜ਼ੀਰੋ ਹੈ ਉਹ ਸਮੋਲਰ ਚਾਰਜ ਦੇ ਨੀਅਰ ਹੋਏਗਾ। ਮੰਨ ਲਓ ਬੇਟਾ ਇੱਥੋਂ ਡਿਸਟੈਂਸ ਅਸੀਂ ਕਹਿ ਦਿੱਤਾ ਬੇਟਾ x, ਤੇ ਬਾਕੀ ਡਿਸਟੈਂਸ ਸਾਡਾ ਰਹਿ ਜਾਏਗਾ 90 ਮਾਈਨਸ ਆ ਜਾਏਗਾ x। ਹਾਂਜੀ ਕਲੀਅਰ। ਇੱਥੇ ਨੈਟ ਇਲੈਕਟ੍ਰਿਕ ਫੀਲਡ ਜ਼ੀਰੋ ਹੈ, ਇਹਦਾ ਮਤਲਬ A ਦਾ ਇਲੈਕਟ੍ਰਿਕ ਫੀਲਡ ਤੇ ਦੂਸਰੇ ਦਾ ਇਲੈਕਟ੍ਰਿਕ ਫੀਲਡ ਇਕੁਅਲ ਤੇ ਆਪੋਜਿਟ ਹੋਏਗਾ। ਪਹਿਲਾਂ ਅਸੀਂ ਇਲੈਕਟ੍ਰਿਕ ਫੀਲਡ ਨਿਕਾਲਦੇ ਹਾਂ, 1/4 ਪਾਈ ਐਪਸਾਈਲਨ ਨੋਟ, ਕੌਣ ਲਗਾ ਰਿਹਾ ਹੈ 10 ਵਾਲਾ, 10 × 10⁻⁶ ਡਿਵਾਈਡਡ ਬਾਏ ਆ ਡਿਸਟੈਂਸ ਕਿੰਨਾ ਹੈ x ਦਾ ਸਕੁਅਰ। ਇਹ ਬਿਲਕੁਲ ਇਕੁਅਲ ਹੋਣਾ ਚਾਹੀਦਾ ਹੈ, ਜਿਹੜਾ ਬੇਟਾ 40 ਕਰਕੇ ਆਏਗਾ, ਇਹ ਆ ਜਾਏਗਾ 40 × 10⁻⁶ ਡਿਵਾਈਡਡ ਬਾਏ ਆ ਜਾਏਗਾ ਬੇਟਾ ਸਾਡਾ 90 - x ਆ ਜਾਏਗਾ। ਹਾਂਜੀ ਬੇਟਾ ਕਲੀਅਰ। ਤੇ ਬੇਟਾ ਇਹਦੇ ਨਾਲ ਆ ਜਾਏਗਾ ਇੱਥੇ ਸਕੁਅਰ ਆ ਗਿਆ। 1/4 ਪਾਈ ਐਪਸਾਈਲਨ ਨੋਟ ਨਾਲ ਬੇਟਾ ਇਹ ਕੈਂਸਲ ਹੋ ਗਏ ਤੇ 10⁻⁶ ਵੀ ਕੈਂਸਲ ਹੋ ਗਿਆ। ਇੱਧਰੋਂ ਰਹਿ ਗਿਆ 10/x², ਇੱਧਰੋਂ ਆ ਜਾਏਗਾ ਬੇਟਾ ਤੁਹਾਡੇ ਕੋਲ 40/90 - x ਦਾ ਤੁਹਾਡੇ ਕੋਲ ਆ ਜਾਏਗਾ ਸਕੁਅਰ ਆ ਗਿਆ ਬੇਟਾ। ਹਾਂਜੀ ਬੇਟਾ ਕਲੀਅਰ। ਇਹਨੂੰ ਬੇਟਾ ਅਸੀਂ ਜਿਹੜਾ ਹੈ ਫਰਦਰ ਸੋਲਵ ਕਰਦੇ ਹਾਂ। ਬੇਟਾ 0 ਨਾਲ 0 ਕੈਂਸਲ, 1/x² = 4/90 - x ਦਾ ਹੋਲ ਸਕੁਅਰ। ਇਹਦਾ ਬੇਟਾ ਆ ਜਾਏਗਾ 1/x ਦਾ ਹੋਲ ਸਕੁਅਰ ਹੋ ਜਾਏਗਾ ਬੇਟਾ, ਇਹ 2/90 - x ਦਾ ਜਿਹੜਾ ਹੈ ਉਹ ਹੋਲ ਸਕੁਅਰ ਆ ਜਾਏਗਾ। ਹਾਂਜੀ ਬੇਟਾ ਕਲੀਅਰ। 1 ਦਾ ਸਕੁਅਰ 1, x ਦਾ ਸਕੁਅਰ ਹੋਲ ਦਾ ਆ ਗਿਆ 2, 4 ਜਿਹੜਾ ਬੇਟਾ 2 ਦਾ ਸਕੁਅਰ ਹੈ, ਦੋਨਾਂ ਦਾ ਸਕੁਅਰ ਇਕੱਠੇ ਕਰਤੇ ਸਕੁਅਰ। 1/x = ਬੇਟਾ 2/90 - x, ਬੇਟਾ ਉਹਨੂੰ ਕ੍ਰੋਸ ਮਲਟੀਪਲਾਈ ਕਰ ਦਿੰਦੇ ਆ। ਇੱਧਰ ਆ ਜਾਏਗਾ 90 - x = 2x, ਇਹ ਉੱਪਰ ਚਲਾ ਗਿਆ। ਇਸ ਤੋਂ ਬਾਅਦ ਬੇਟਾ ਸਾਡੇ ਕੋਲ ਆ ਜਾਏਗਾ x ਨੂੰ ਉੱਧਰ ਲੈ ਜਾਂਦੇ ਆ, 90 = 3x, ਤੇ ਬੇਟਾ x ਦੀ ਵੈਲਿਊ ਆ ਜਾਏਗੀ 90 ਡਿਵਾਈਡਡ ਬਾਈ 3, ਇਟ ਵਿਲ ਬੀ ਇਕੁਅਲ ਟੂ 30 ਸੈਂਟੀਮੀਟਰ। ਹਾਂਜੀ ਬੇਟਾ ਕਲੀਅਰ। ਨਾਓ ਦ ਕਰੈਕਟ ਆਪਸ਼ਨ will be C. Now question number 25. What is the angle between electric dipole moment and electric field strength due to it on equatorial line? बेटा असी पिछले लेक्चर में डिस्कस किया कि इक्वीटोरियल लाइन ते ਡਾਈਪੋਲ ਮੂਵਮੈਂਟ ਜਿਹੜਾ ਬੇਟਾ ਇੱਕ ਦੂਸਰੇ ਦੇ ਓਪੋਜਿਟ ਹੁੰਦੇ ਨੇ। ਇਕੁਏਟੋਰੀਅਲ ਲਾਈਨ ਦੇ ਉੱਪਰ ਇਲੈਕਟ੍ਰਿਕ ਫੀਲਡ ਸਟਰੈਂਥ ਡਾਈਪੋਲ ਮੂਵਮੈਂਟ ਦੇ ਓਪੋਜਿਟ ਹੈ। ਇਹਦਾ ਮਤਲਬ ਇਹਦਾ ਆਨਸਰ ਆਏਗਾ ਓਪੋਜਿਟ ਹੋਣ ਦਾ ਮਤਲਬ 180 ਡਿਗਰੀ। ਬੇਟਾ ਜੇ ਸੇਮ ਕੁਐਸਚਨ ਤੁਹਾਡਾ ਐਕਸੀਅਲ ਲਾਈਨ ਵਾਸਤੇ ਪੁੱਛ ਲਵੇ
ਐਕਸੀਅਲ ਲਾਈਨ ਵਾਸਤੇ ਬੇਟਾ ਜਿੱਧਰ ਨੂੰ ਇਲੈਕਟ੍ਰਿਕ ਫੀਲਡ ਹੈ ਉਧਰ ਨੂੰ ਹੀ ਬੇਟਾ ਸਾਡੀ ਡਾਈਪੋਲ ਜਿਹੜੀ ਹੈ ਮੂਵਮੈਂਟ ਹੁੰਦੀ ਆ। ਉਹਦੇ ਵਾਸਤੇ ਬੇਟਾ ਐਂਗਲ ਪੁੱਛਿਆ ਜਾਵੇ ਤੇ 0। ਇਹ ਐਕਸੀਅਲ ਲਾਈਨ ਵਾਸਤੇ ਹੈ ਤੇ ਬੇਟਾ ਇਕੁਏਟੋਰੀਅਲ ਲਾਈਨ ਵਾਸਤੇ ਜਿਹੜਾ ਐਂਗਲ ਹੈ 180 ਡਿਗਰੀ ਹੋਏਗਾ। ਨਾਓ ਨੈਕਸਟ ਪ੍ਰੋਬਲਮ ਬੇਟਾ ਇਲੈਕਟ੍ਰਿਕ ਡਾਈਪੋਲ ਉਹਦੀ ਮੂਵਮੈਂਟ P ਹੈ। ਇਹਨੂੰ ਬੇਟਾ ਅਸੀਂ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖ ਦਿੱਤਾ। ਡਾਈਪੋਲ ਨੂੰ ਇਲੈਕਟ੍ਰਿਕ ਫੀਲਡ 'ਚ ਬੇਟਾ ਰੱਖਿਆ ਤੇ ਬੇਟਾ ਉਹਦੇ ਉੱਪਰ ਅਸੀਂ ਪੜ੍ਹੇ ਸੀ ਕਿ ਟਾਰਕ ਵੀ ਐਕਟ ਕਰਦੀ ਹੈ। ਨਾਓ ਵਰਕ ਡਨ ਇਨ ਰੋਟੇਟਿੰਗ ਦਾ ਡਾਈਪੋਲ ਬਾਈ 90 ਡਿਗਰੀ ਇਜ਼ ਬੇਟਾ 90 ਡਿਗਰੀ ਡਾਈਪੋਲ ਨੂੰ ਅਸੀਂ ਰੋਟੇਟ ਕਰਨਾ ਹੈ ਤੇ ਕਿੰਨਾ ਵਰਕ ਕਰਨਾ ਪਏਗਾ। ਆਓ ਬੇਟਾ ਇਹਨੂੰ ਡਿਸਕਸ ਕਰਦੇ ਹਾਂ। ਬੇਟਾ ਇਸ ਚੀਜ਼ ਨੂੰ ਯਾਦ ਰੱਖਣਾ ਹੈ, ਇੱਧਰ ਨੂੰ ਸਾਡਾ ਇਲੈਕਟ੍ਰਿਕ ਫੀਲਡ ਹੈ, ਇਹਦੀ ਬੇਟਾ ਅਸੀਂ 4 ਡਾਇਰੈਕਸ਼ਨ ਬਣਾ ਲੈਂਦੇ ਹਾਂ। ਜੇ ਤੇ ਡਾਈਪੋਲ ਮੂਵਮੈਂਟ ਬੇਟਾ P ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੈ ਤੇ ਬੇਟਾ ਇੱਧਰ ਪਾਸੇ ਜਿਹੜੀ એનર્ਜੀ ਸਟੋਰ ਹੁੰਦੀ ਹੈ ਯਾਦ ਰੱਖਣਾ ਹੈ PE ਮਾਈਨਸ PE। ਜੇ ਬੇਟਾ ਡਾਈਪੋਲ ਮੂਵਮੈਂਟ ਇਲੈਕਟ੍ਰਿਕ ਫੀਲਡ ਦੇ ਓਪੋਜਿਟ ਹੈ ਤੇ ਬੇਟਾ ਇੱਧਰ ਮੈਕਸਿਮਮ એનર્ਜੀ ਸਟੋਰ ਹੁੰਦੀ ਹੈ PE। ਬੇਟਾ ਜਿਹੜਾ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਜਾਈਏ ਡਾਈਪੋਲ ਨੂੰ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਰੱਖਦੇ ਹਾਂ ਬੇਟਾ ਇੱਥੇ ਅਸੀਂ 0 ਅਸੀਂ એનર્ਜੀ ਜ਼ੂਮ ਕਰਦੇ ਹਾਂ ਕਿ એનર્ਜੀ ਸਟੋਰ ਇਨ ਦਾ ਡਾਈਪੋਲ ਵਿਲ ਬੀ 0 ਜਦੋਂ ਡਾਈਪੋਲ ਨੂੰ ਉਹਦੇ ਪਰਪੈਂਡੀਕੂਲਰ ਰੱਖਦੇ ਹਾਂ। ਨਾਓ ਡਾਈਪੋਲ ਨੂੰ ਬੇਟਾ ਤੁਸੀਂ ਜਦੋਂ ਪਹਿਲਾਂ ਕੁਐਸਚਨ ਦੇ ਵਿੱਚ ਕੀ ਕਹਿੰਦਾ ਹੈ ਕਿ ਡਾਈਪੋਲ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਹੈ, ਉਹਨੂੰ ਬੇਟਾ ਅਸੀਂ 90 ਡਿਗਰੀ ਜਿਹੜਾ ਹੈ ਰੋਟੇਟ ਕਰ ਰਹੇ ਹਾਂ। ਜਦੋਂ ਬੇਟਾ ਇਹਨੂੰ 90 ਡਿਗਰੀ ਰੋਟੇਟ ਕਰਾਂਗੇ ਤੇ ਸਾਨੂੰ ਕਿੰਨਾ ਵਰਕ ਕਰਨਾ ਪਏਗਾ ਬੇਟਾ ਜਿੰਨੀ ਇਹਨਾਂ ਦੀ એનર્ਜੀ ਹੈ ਡਿਫਰੈਂਸ। ਇੱਥੇ એનર્ਜੀ 0 ਵਿੱਚੋਂ ਮਾਈਨਸ ਕਰਨਾ ਪਏਗਾ ਬੇਟਾ ਮਾਈਨਸ PE ਦੈਨ ਡੈਟ ਵਿਲ ਬੀ ਇਕੁਅਲ ਟੂ PE। ਡੈਟ ਵਿਲ ਬੀ ਦਾ ਵਰਕ ਡਨ ਇਨ ਰੋਟੇਟਿੰਗ ਏ ਡਾਈਪੋਲ। ਬੇਟਾ ਇਸ ਚੀਜ਼ ਨੂੰ ਧਿਆਨ ਰੱਖਣਾ ਹੈ, ਜੇਕਰ ਡਾਈਪੋਲ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਹੈ ਉਦੋਂ એનર્ਜੀ ਮਾਈਨਸ PE ਸਟੋਰ ਹੁੰਦੀ ਹੈ। ਜਦੋਂ ਡਾਈਪੋਲ ਮੂਵਮੈਂਟ ਇਲੈਕਟ੍ਰਿਕ ਫੀਲਡ ਦੇ ਓਪੋਜਿਟ ਪਿਆ ਉਦੋਂ ਮੈਕਸਿਮਮ એનર્ਜੀ ਸਟੋਰ ਹੁੰਦੀ ਹੈ। ਜਦੋਂ ਡਾਈਪੋਲ ਤੁਹਾਡਾ ਬੇਟਾ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਹੈ ਉਦੋਂ એનર્ਜੀ ਜਿਹੜੀ ਹੁੰਦੀ ਹੈ 0 ਹੁੰਦੀ ਹੈ। ਅਸੀਂ ਬੇਟਾ ਇਹਨੂੰ 0 ਪੋਜੀਸ਼ਨ ਤੋਂ 90 ਡਿਗਰੀ ਵਾਲੀ ਪੋਜੀਸ਼ਨ 'ਤੇ ਲੈ ਕੇ ਜਾ ਰਹੇ ਹਾਂ। ਸਾਨੂੰ ਕਿੰਨਾ ਵਰਕ ਕਰਨਾ ਪਏਗਾ ਜਿੰਨਾ ਬੇਟਾ ਇਹਨਾਂ ਦੋਨਾਂ ਦੀ ਜਿਹੜੀ એનર્ਜੀ ਹੈ ਉਹਦਾ ਡਿਫਰੈਂਸ ਕਰ ਲਓ। 0 ਵਿੱਚੋਂ ਅਸੀਂ ਬੇਟਾ ਮਾਈਨਸ ਕੀਤਾ ਦੈਨ ਵੀ ਵਿਲ ਗੈਟ PE ਐਂਡ ਦਾ ਕਰੈਕਟ ਆਨਸਰ ਵਿਲ ਬੀ ਦਾ ਆਪਸ਼ਨ A। ਨਾਓ ਬਾਕੀ ਬੇਟਾ ਜਿਹੜਾ ਕੁਐਸਚਨਸ ਨੇ ਅਸੀਂ ਨੈਕਸਟ ਲੈਕਚਰ ਵਿੱਚ ਬੇਟਾ ਡਿਸਕਸ ਕਰਦੇ ਹਾਂ।